ਜਦ ਤੋਂ ਮਹਾਨ ਕੋਸ਼ ਦੇ ਕਰਤਾ ਭਾਈ ਕਾਨ੍ਹ ਸਿੰਘ ਨਾਭਾ ਨੇ 1918 ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚਲੀਆਂ ਅਸ਼ੁੱਧੀਆਂ ਦਾ ਮਸਲਾ ਸਿੱਖ ਜਗਤ ਦੇ ਸਾਹਮਣੇ ਰੱਖਿਆ, ਉਸ ਦਿਨ ਤੋਂ ਸਿੱਖ ਬੁੱਧੀਜੀਵੀ, ਵਿਦਵਾਨਾਂ, ਲਿਖਾਰੀਆਂ ਅਤੇ ਖੋਜੀਆਂ ਨੇ ਇਸ ਵਿਸ਼ੇ ਨੂੰ ਲਗਾਤਾਰ ਉਭਾਰਿਆ। ਇਹਨਾਂ ਨੇ ਆਪਣੀਆਂ ਲਿਖਤਾਂ, ਖੋਜਾਂ ਅਤੇ ਬੋਲਾਂ ਰਾਹੀਂ ਸਿੱਖ ਜਗਤ ਅੱਗੇ ਮੰਗ ਕੀਤੀ ਕਿ ਇਹਨਾਂ ਅਸ਼ੁੱਧੀਆਂ ਨੂੰ ਸੋਧਿਆ ਜਾਵੇ, ਭਾਵ ਇਸ ਮਸਲੇ ਬਾਰੇ ਕੁਝ ਕੀਤਾ ਜਾਵੇ। ਇਸ ਬੁੱਧੀਜੀਵੀ ਵਰਗ ਦੀ ਮੰਗ ਇੰਨੀ ਬੁਲੰਦ ਅਤੇ ਪੁਰਜ਼ੋਰ ਸੀ ਕਿ ਜਿਹੜੇ ਤਬਕੇ ਇਹਨਾਂ ਦੇ ਹਮੇਸ਼ਾ ਵਿਰੋਧ ਵਿੱਚ ਹੀ ਚੱਲਦੇ ਸਨ, ਭਾਵ ਡੇਰੇਦਾਰ, ਪੁਜਾਰੀ ਅਤੇ ਟਕਸਾਲੀ ਲੋਕ, ਇਹ ਵੀ ਸਾਡੇ ਬੁੱਧੀਜੀਵੀ ਤਬਕੇ ਨਾਲ ਇਸ ਅਸ਼ੁੱਧੀਆਂ ਵਾਲੇ ਮਸਲੇ 'ਤੇ ਮੋਢੇ ਨਾਲ ਮੋਢਾ ਜੋੜ ਕੇ ਚੱਲਣ ਲਈ ਤਿਆਰ ਹੋ ਗਏ। ਮਸਲਨ ਬਾਬਾ ਗੁਰਬਚਨ ਸਿੰਘ ਭਿੰਡਰਾਂ, ਡੇਰਾ ਮਹਿਤਾ ਦੇ ਮੁਖੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚਲੀਆਂ ਅਸ਼ੁੱਧੀਆਂ ਬਾਰੇ ਇੱਕ ਪੁਸਤਕ ਲਿਖ ਦਿੱਤੀ। ਸਾਬਕਾ ਅਕਾਲ ਤਖਤ ਦੇ ਜਥੇਦਾਰ ਭਾਈ ਰਣਜੀਤ ਸਿੰਘ ਨੇ ਵੀ ਐਲਾਨ ਕਰ ਦਿੱਤਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਛਪ ਚੁੱਕੀਆਂ ਬੀੜਾਂ ਵਿੱਚ ਹਜ਼ਾਰਾਂ ਅਸ਼ੁੱਧੀਆਂ ਹਨ। ਇੱਕ ਹੋਰ ਸਾਬਕਾ ਜਥੇਦਾਰ ਅਤੇ ਡੇਰਾ ਮਹਿਤਾ ਤੋਂ ਪੜ੍ਹੇ ਮਰਹੂਮ ਜੋਗਿੰਦਰ ਸਿੰਘ ਵਦਾਂਤੀ ਨੇ 5000 ਤੋਂ ਵੱਧ ਅਸ਼ੁੱਧੀਆਂ ਦੀ ਇੱਕ ਸੂਚੀ ਤਿਆਰ ਕਰ ਦਿੱਤੀ। ਅਖੰਡ ਕੀਰਤਨੀ ਜਥੇ ਦੇ ਵਿਦਵਾਨ ਜੋਗਿੰਦਰ ਸਿੰਘ ਤਲਵਾੜਾ ਨੇ ਇਸ ਵਿਸ਼ੇ ਪ੍ਰਥਾਏ ਖੋਜ ਭਰਪੂਰ ਲਿਖਤਾਂ ਸਿੱਖ ਜਗਤ ਦੇ ਸਾਹਮਣੇ ਰੱਖੀਆਂ। ਦਰਬਾਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਜਾਚਕ ਨੇ ਵੀ ਇਸ ਜਜ਼ਬਾਤੀ ਵਿਸ਼ੇ ਨੂੰ ਸਿੱਖ ਜਗਤ ਵਿੱਚ ਪ੍ਰਚਾਰਿਆ। ਇੰਜ ਜਾਪਦਾ ਸੀ ਜਿਵੇਂ ਇੱਕ ਵਾਰ ਸਿੱਖ ਬੁੱਧੀਜੀਵੀ ਵਰਗ ਨੇ ਇਸ ਮਸਲੇ ਨੂੰ ਇੰਨੇ ਸੁਚੱਜੇ ਢੰਗ ਨਾਲ ਸਿੱਖ ਜਗਤ ਅੱਗੇ ਪੇਸ਼ ਕੀਤਾ ਕਿ ਇਹਨਾਂ ਨਾਲ ਅਸਹਿਮਤੀ ਅਤੇ ਮਤਭੇਦ ਰੱਖਣ ਵਾਲੇ ਤਬਕੇ ਵੀ ਪ੍ਰਭਾਵਿਤ ਹੋ ਗਏ ਸਨ। ਇਸ ਅਨੋਖੀ ਕਾਮਯਾਬੀ ਦੇ ਬਾਵਜੂਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚਲੀਆਂ ਅਸ਼ੁੱਧੀਆਂ ਦੇ ਮਸਲੇ ਨੂੰ ਹੱਲ ਕਰਨ ਜਾਂ ਇਸ ਦਾ ਸਮਾਧਾਨ ਕਰਨ ਲਈ ਕੋਈ ਵੀ ਕਦਮ, ਕਿਰਿਆ ਜਾਂ ਕਾਰਜ ਨਹੀਂ ਉਠਾਇਆ। ਫਿਰ ਸੰਨ 2022 ਦੇ ਆਰੰਭ ਵਿੱਚ ਕਿਸੇ ਨੇ ਮੁਸ਼ੱਕਤ ਕਰਕੇ ਐਸਾ ਕਦਮ ਉਠਾਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਅਸ਼ੁੱਧੀਆਂ ਤੋਂ ਸੋਧਿਆ ਹੋਇਆ ਸਰੂਪ ਆਪਣੇ ਵੈੱਬਸਾਈਟ 'ਤੇ ਪ੍ਰਕਾਸ਼ਿਤ ਕਰ ਦਿੱਤਾ। ਇਸ ਕਾਰਜ ਦਾ ਨਤੀਜਾ ਹੈਰਾਨੀਜਨਕ ਨਿਕਲਿਆ। ਇਸ ਕਦਮ ਦਾ ਅੰਜਾਮ ਵਾਕਿਆ ਅਸਚਰਜ ਨਿਕਲਿਆ। ਉਹ ਇਹ ਕਿ ਸਿੱਖ ਜਗਤ ਦੇ ਸਮੁੱਚੇ ਬੁੱਧੀਜੀਵੀ ਵਰਗ, ਵਿਦਵਾਨਾਂ, ਲਿਖਾਰੀਆਂ, ਬੁਲਾਰਿਆਂ, ਪ੍ਰਚਾਰਕਾਂ ਅਤੇ ਖੋਜੀਆਂ ਆਦਿ ਨੇ ਇੱਕ ਡੂੰਘੀ ਅਤੇ ਗੰਭੀਰ ਚੁੱਪ ਵੱਟ ਲਈ। ਸਾਰਾ ਤਬਕਾ ਹੀ ਖਾਮੋਸ਼ ਹੋ ਗਿਆ। ਸਾਰੇ ਬੁੱਧੀਜੀਵੀ ਅਤੇ ਵਿਦਵਾਨ ਸਮਾਜ ਨੇ ਇੱਕ ਮੌਨ ਧਾਰਨ ਕਰ ਲਿਆ। ਸਾਰਾ ਵਰਗ ਹੀ ਆਪਣੀ ਜ਼ਬਾਨ ਖੋ ਬੈਠਾ। ਅਤੇ ਜਦੋਂ ਕਿਸੇ ਵਿਰਲੇ ਨੇ ਇਸ ਵੱਟੀ ਹੋਈ ਚੁੱਪ ਨੂੰ ਤੋੜਿਆ ਤਾਂ ਅਜਿਹੇ ਬੋਲਾਂ ਨਾਲ, ਜਿਵੇਂ ਕਿ ਮਿਸ਼ਨਰੀ ਪ੍ਰਚਾਰਕ ਪ੍ਰੋਫੈਸਰ ਸਰਬਜੀਤ ਸਿੰਘ ਧੁੰਦਾ ਨੇ ਆਪਣੀ ਕਥਾ ਵਿੱਚ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅਸ਼ੁੱਧੀਆਂ ਤਾਂ ਜ਼ਰੂਰ ਹਨ, ਪਰ ਜੋ ਸਰਦਾਰ ਧਰਮਿੰਦਰ ਸਿੰਘ ਨੇ ਕੀਤਾ ਉਸ ਨਾਲ ਅਸੀਂ ਸਹਿਮਤ ਨਹੀਂ। ਧਰਮਿੰਦਰ ਸਿੰਘ ਉਸ ਸਿੱਖ ਬੁੱਕ ਕਲੱਬ ਵੈੱਬਸਾਈਟ ਦੇ ਮਾਲਕ ਹਨ ਜਿਸ ਉੱਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਅਸ਼ੁੱਧੀਆਂ ਤੋਂ ਸੋਧਿਆ ਹੋਇਆ ਸਰੂਪ ਪ੍ਰਕਾਸ਼ਿਤ ਹੈ। ਧਰਮਿੰਦਰ ਸਿੰਘ ਇੱਕ ਐਸੇ ਗੁਰਬਾਣੀ ਦੇ ਖੋਜੀਆਂ ਦੇ ਗਰੁੱਪ ਦੇ ਮੈਂਬਰ ਹਨ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚਲੀਆਂ ਅਸ਼ੁੱਧੀਆਂ ਦੇ ਮਸਲੇ ਨੂੰ ਹੱਲ ਕਰਨ ਦੇ ਮਨੋਰਥ ਨੂੰ ਅੱਗੇ ਰੱਖ ਕੇ ਇਕੱਤਰ ਹੋਏ ਸਨ। ਹਕੀਕਤ ਇਹ ਹੈ ਕਿ ਜਥੇਦਾਰ ਵਦਾਂਤੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚਲੀਆਂ ਅਸ਼ੁੱਧੀਆਂ ਦੇ ਮਸਲੇ ਪ੍ਰਥਾਏ ਕੀਤੀ ਹੋਈ ਸਾਰੀ ਮਿਹਨਤ ਇਸ ਗਰੁੱਪ ਨੂੰ ਵਸੀਅਤ ਕਰ ਦਿੱਤੀ ਸੀ। ਦਰਅਸਲ ਇਹ ਵਸੀਅਤ ਦਾ ਖਜ਼ਾਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਸਟੱਡੀ ਸਰਕਲ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਜਥੇ ਦੀ 7 ਦਹਾਕਿਆਂ ਬੱਧੀ ਮਿਹਨਤ ਸੀ
ਜਿਸ ਵਿੱਚ ਵਿਦਾਂਤੀ ਤੋਂ ਇਲਾਵਾ 5 ਹੋਰ ਗੁਰਬਾਣੀ ਦੇ ਮਾਹਰ ਵਿਦਵਾਨ ਮੈਂਬਰ ਸਨ। ਸੋ ਕੋਈ ਸ਼ੱਕ ਨਹੀਂ ਕਿ ਧਰਮਿੰਦਰ ਸਿੰਘ ਸਿੱਖ ਬੁੱਕ ਕਲੱਬ ਅਤੇ ਇਸ ਗੁਰਬਾਣੀ ਦੇ ਖੋਜੀਆਂ ਵਾਲੇ ਗਰੁੱਪ ਦਾ ਇਹ ਕਾਰਜ ਸ਼ਲਾਘਾਯੋਗ ਹੈ। ਲੇਕਿਨ ਇਸ ਉੱਦਮ ਬਾਰੇ ਸਾਡੇ ਬੁੱਧੀਜੀਵੀ ਵਿਦਵਾਨਾਂ, ਲਿਖਾਰੀਆਂ, ਬੁਲਾਰੀਆਂ, ਪ੍ਰਚਾਰਕਾਂ ਅਤੇ ਖੋਜੀਆਂ ਨੇ ਚੁੱਪ ਵੱਟ ਲੈਣੀ ਹੀ ਮੁਨਾਸਬ ਸਮਝੀ। ਮੰਦਭਾਗੀ ਗੱਲ ਇਹ ਹੈ ਕਿ ਇਸ ਸੁੰਨ ਸਥਾਨ ਅਤੇ ਖਲਾਅ ਵਿੱਚ ਬੁਲੰਦ ਆਵਾਜ਼ਾਂ ਉਹਨਾਂ ਲੋਕਾਂ ਦੀਆਂ ਸੁਣਾਈ ਦੇਣ ਲੱਗੀਆਂ ਜਿਨ੍ਹਾਂ ਨੇ ਸ਼ਾਇਦ ਕਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਖੁਦ ਪੜ੍ਹਿਆ ਵੀ ਨਾ ਹੋਵੇ। ਇਹਨਾਂ ਬੇਸਮਝ ਲੋਕਾਂ ਨੇ ਸੋਸ਼ਲ ਮੀਡੀਆ ਰਾਹੀਂ ਧਰਮਿੰਦਰ ਸਿੰਘ ਅਤੇ ਸਿੱਖ ਬੁੱਕ ਕਲੱਬ ਦੇ ਇਸ ਉਪਰਾਲੇ 'ਤੇ ਖੂਬ ਚਿੱਕੜ ਸੁੱਟਿਆ, ਜਿਸ ਦਾ ਮਨੋਰਥ ਸਿਰਫ ਅਤੇ ਸਿਰਫ ਸਿੱਖ ਜਗਤ ਦੀਆਂ ਭਾਵਨਾਵਾਂ ਨੂੰ ਭੜਕਾਉਣਾ ਸੀ। ਇਲਜ਼ਾਮ ਇਹ ਸੀ ਕਿ ਧਰਮਿੰਦਰ ਸਿੰਘ ਨੇ ਬਾਣੀ ਬਦਲ ਦਿੱਤੀ, ਧੁਰਕੀ ਬਾਣੀ ਨਾਲ ਛੇੜਛਾੜ ਕਰਨ ਦਾ ਅਪਰਾਧ ਕੀਤਾ ਹੈ ਆਦਿ। ਕਈਆਂ ਨੇ ਤਾਂ ਬਾਬਾ ਰਾਮ ਰਾਏ ਨੂੰ ਗੁਰਬਾਣੀ ਦਾ ਇੱਕ ਲਫ਼ਜ਼ ਬਦਲਣ ਦੇ ਅਪਰਾਧ ਵਾਲੀ ਕਵੀ ਸੰਤੋਖ ਵੱਲੋਂ ਸੂਰਜ ਪ੍ਰਕਾਸ਼ ਵਿੱਚ ਲਿਖੀ ਮਨ ਘੜਤ ਕਹਾਣੀ ਬਾਰ-ਬਾਰ ਸੁਣਾਈ, ਸ਼ਾਇਦ ਇਸ ਆਸ ਵਿੱਚ ਕਿ ਧਰਮਿੰਦਰ ਸਿੰਘ ਨਾਲ ਵੀ ਅਜਿਹਾ ਹੀ ਕਰਨਾ ਚਾਹੀਦਾ ਹੈ। ਇੰਝ ਕਹਿ ਲਵੋ ਕਿ ਸਿਆਣਪ ਨੇ ਚੁੱਪ ਵੱਟ ਲਈ ਅਤੇ ਮੂਰਖਤਾ ਨੇ ਉਸ ਚੁੱਪ ਵਾਲੇ ਸਨਾਟੇ ਨੂੰ ਅਗਿਆਨਤਾ ਭਰੀਆਂ ਚੀਖਾਂ ਨਾਲ ਚਕਨਾਚੂਰ ਕਰ ਦਿੱਤਾ। ਇਹਨਾਂ ਮੂਰਖਾਂ ਦੀਆਂ ਚੀਖਾਂ ਦੇ ਜ਼ਰੀਏ ਸਾਡੀਆਂ ਪੰਥਕ ਜਥੇਬੰਦੀਆਂ ਨੂੰ ਮੌਕਾ ਮਿਲ ਗਿਆ ਕਿ ਉਹ SGPC ਦੀ ਛਤਰ ਛਾਇਆ ਹੇਠ ਇਕੱਠੀਆਂ ਹੋ ਕੇ ਉਹੀ ਕੁਝ ਕਰਨ ਜੋ ਕੁਝ ਪਿਛਲੇ ਦਹਾਕਿਆਂ ਤੋਂ ਕਰਦੇ ਆ ਰਹੇ ਹਨ। ਬੁੱਧੀਜੀਵੀ, ਵਿਦਵਾਨਾਂ, ਖੋਜੀਆਂ ਆਦਿ 'ਤੇ ਪਾਬੰਦੀਆਂ ਲਗਾਉਣੀਆਂ। 3 ਮਈ ਨੂੰ ਅਕਾਲ ਤਖਤ ਦੇ ਜਥੇਦਾਰ ਨੇ ਧਰਮਿੰਦਰ ਸਿੰਘ ਨੂੰ ਤਨਖਾਹੀਆ ਕਰਾਰ ਦਿੱਤਾ। ਉਸੇ ਦਿਨ ਸਿੱਖ ਵਿਦਵਾਨ ਡਾਕਟਰ ਓਅੰਕਾਰ ਸਿੰਘ USA ਵਾਲਿਆਂ 'ਤੇ ਉਹਨਾਂ ਵੱਲੋਂ ਕੀਤੇ ਜਾ ਰਹੇ ਟੀਕੇ 'ਤੇ ਵੀ ਰੋਕ ਲਗਾ ਦਿੱਤੀ। ਤਾਂ ਫਿਰ ਪਿਆਰਿਓ, ਇਸ ਬੁੱਧੀਜੀਵੀ ਵਰਗ, ਵਿਦਵਾਨਾਂ ਆਦਿ ਦੀ ਵੱਟੀ ਹੋਈ ਚੁੱਪ ਤੋਂ ਅਸੀਂ ਕੀ ਸਿੱਟਾ ਕੱਢ ਸਕਦੇ ਹਾਂ ਕਿ ਇਹ ਤਬਕਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚਲੀਆਂ ਅਸ਼ੁੱਧੀਆਂ ਦੇ ਮਸਲੇ ਦੇ ਸੰਬੰਧ ਵਿੱਚ ਬੁਜ਼ਦਿਲੀ ਅਤੇ ਕਾਇਰਤਾ ਦੀ ਲੀਹ 'ਤੇ ਚੱਲਦਾ ਹੈ, ਕਿ ਆਪਣੇ ਨਿੱਜੀ ਸਵਾਰਥ ਨੂੰ ਹੀ ਅੱਗੇ ਰੱਖ ਕੇ ਚੱਲਦਾ ਹੈ, ਕਿ ਇਹ ਲੋਕ ਮਸਲੇ ਉਠਾਉਣ ਵਿੱਚ ਤੇ ਨਿਡਰ ਅਤੇ ਨਿਰਭੈ ਹਨ, ਪਰ ਜਦੋਂ ਉਸੇ ਮਸਲੇ ਨੂੰ ਹੱਲ ਕਰਨ ਦੀ ਗੱਲ ਆਉਂਦੀ ਹੈ ਤਾਂ ਚੁੱਪ ਧਾਰਨ ਕਰ ਲੈਂਦੇ ਹਨ। ਕਿ ਜਦੋਂ ਕਿਸੇ ਇੱਕ ਬੁੱਧੀਜੀਵੀ ਜਾਂ ਵਿਦਵਾਨ ਦੇ ਸਿਰ 'ਤੇ ਪੰਥ ਵਿੱਚੋਂ ਨਿਕਾਲਣ ਦੀ ਤਲਵਾਰ ਲਟਕਾਈ ਜਾਂਦੀ ਹੈ ਤਾਂ ਇਹ ਮੈਦਾਨ ਛੱਡ ਕੇ ਆਪਣੀਆਂ ਕਿਤਾਬਾਂ ਦੇ ਓਹਲੇ ਹੋ ਜਾਂਦੇ ਹਨ। ਹਾਂ, ਜਿਨ੍ਹਾਂ ਸਿੱਖਾਂ ਨੇ ਨਿਡਰ ਅਤੇ ਨਿਰਭੈ ਹੋ ਕੇ ਇਸ ਅਸ਼ੁੱਧੀਆਂ ਵਾਲੇ ਵਿਸ਼ੇ 'ਤੇ ਆਪਣੀ ਆਵਾਜ਼ ਉਠਾਈ, ਉਹਨਾਂ ਦੀ ਸ਼ਲਾਘਾ ਕਰਨੀ ਬਣਦੀ ਹੈ। ਇਸ ਸੰਪਾਦਕੀ ਲੇਖ ਤਿਆਰ ਕਰਨ ਦੇ ਸਮੇਂ ਤੱਕ ਰੇਡੀਓ ਵਿਰਸਾ ਨਿਊਜ਼ੀਲੈਂਡ ਵਾਲੇ ਭਾਈ ਹਰਨੇਕ ਸਿੰਘ ਅਤੇ ਉਹਨਾਂ ਦੇ ਸਾਥੀ ਗਿਆਨੀ ਲਖਬੀਰ ਸਿੰਘ ਕੈਨੇਡਾ ਵਾਲਿਆਂ ਨੇ 6 ਪ੍ਰੋਗਰਾਮ ਲਗਾਤਾਰ ਕੀਤੇ, ਜਿਨ੍ਹਾਂ ਰਾਹੀਂ ਉਹਨਾਂ ਨੇ ਆਪਣੇ ਸਰੋਤਿਆਂ ਨੂੰ ਇਸ ਮਸਲੇ ਬਾਰੇ ਜਾਣਕਾਰੀ ਦਿੱਤੀ। ਇਹਨਾਂ ਦਾ ਵੀ ਮੁੱਢਲਾ ਸਵਾਲ ਇਹੋ ਸੀ ਕਿ ਹੁਣ ਜੇ ਧਰਮਿੰਦਰ ਸਿੰਘ ਅਤੇ ਸਿੱਖ ਬੁੱਕ ਕਲੱਬ ਵਾਲਿਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚਲੀਆਂ ਅਸ਼ੁੱਧੀਆਂ ਦੇ ਮਸਲੇ ਨੂੰ ਹੱਲ ਕਰਨ ਲਈ ਇੱਕ ਕਦਮ ਉਠਾਇਆ ਹੈ, ਤਾਂ ਕੀ ਸਾਡੇ ਵਿਦਵਾਨਾਂ ਦਾ ਫਰਜ਼ ਨਹੀਂ ਬਣਦਾ ਕਿ ਉਹਨਾਂ ਦੇ ਗਰੁੱਪ ਵੱਲੋਂ ਕੀਤੀ ਸੁਧਾਈ ਨੂੰ ਘੋਖੀਏ, ਵਿਚਾਰੀਏ ਅਤੇ ਆਪਣੇ ਸੁਝਾਅ ਦਈਏ ਕਿ ਕਿਹੜੀ ਸੁਧਾਈ ਸਹੀ ਹੈ ਅਤੇ ਕਿਹੜੀ ਨਹੀਂ। ਰੇਡੀਓ ਵਿਰਸਾ ਤੋਂ ਇਲਾਵਾ ਗਿਆਨੀ ਜਗਤਾਰ ਸਿੰਘ ਜਾਚਕ ਨੇ ਪਿਛਲੇ ਮਹੀਨੇ ਇੱਕ ਪੁਸਤਕ ਤਿਆਰ ਕੀਤੀ, ਜਿਸ ਦਾ ਸਿਰਲੇਖ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁੱਧ ਛਪਾਈ ਬਾਰੇ ਪੰਥ ਦੇ ਵਿਚਾਰਨਯੋਗ ਮਸਲੇ ਅਤੇ ਸਮਾਧਾਨ। ਮੈਂ ਹਿਦਾਇਤ ਕਰਾਂਗਾ ਕਿ ਇਸ ਕਿਤਾਬ ਨੂੰ ਹਰ ਇੱਕ ਸਿੱਖ ਪੜ੍ਹੇ ਤਾਂ ਕਿ ਅਸੀਂ ਅੰਧੇਰੇ ਵਿੱਚੋਂ ਨਿਕਲ ਸਕੀਏ।
ਸਫਾ 16 ਤੇ ਜਾਚਕ ਜੀ ਲਿਖਦੇ ਹਨ, ਸਿੱਖ ਬੁੱਕ ਕਲੱਬ ਅਮਰੀਕਾ ਨੇ ਵਾਰ-ਵਾਰ ਸਪਸ਼ਟ ਕੀਤਾ ਹੈ ਕਿ ਉਸ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਆਨਲਾਈਨ ਪ੍ਰਕਾਸ਼ਨਾ ਕੋਈ ਅੰਤਮ ਨਿਰਣਾ ਨਹੀਂ। ਉਸ ਦਾ ਮੁੱਖ ਮਨੋਰਥ ਤਾਂ ਕੇਵਲ ਪਿਛਲੇ 70 ਸਾਲਾਂ ਤੋਂ ਪਾਠ ਭੇਦਾਂ ਦੀ ਖੋਜ ਵਿੱਚ ਲੱਗੇ ਉਪਰੋਕਤ ਵਿਦਵਾਨਾਂ ਦੀ ਖੋਜੀ ਘਾਲਣਾ ਨੂੰ ਸੰਭਾਲਣਾ ਅਤੇ ਉਸ ਪ੍ਰਤੀ ਧਾਰਮਿਕ ਤੇ ਅਕਾਦਮਿਕ ਖੇਤਰ ਦੇ ਚੋਣਵੇਂ ਵਿਦਵਾਨਾਂ ਦੀ ਨਿਰਣੈਜਨਕ ਸਲਾਹ ਹਾਸਲ ਕਰਨਾ ਹੈ। ਤੋ ਪਿਆਰਿਓ, ਇਹ ਸਲਾਹ ਤਾਂ ਹੀ ਹਾਸਲ ਹੋਵੇਗੀ ਜੇ ਸਾਡੇ ਵਿਦਵਾਨ, ਬੁੱਧੀਜੀਵੀ ਤਬਕਾ, ਖੋਜੀ, ਅਕਾਦਮਿਕ ਆਦਿ ਆਪਣੇ ਚੁੱਪ ਦੇ ਭੋਰੇ ਵਿੱਚੋਂ ਬਾਹਰ ਨਿਕਲਣਗੇ। ਇਸੇ ਹੀ ਕਿਤਾਬ ਦੇ ਸਫਾ 9 ਤੇ ਜਾਚਕ ਜੀ ਲਿਖਦੇ ਹਨ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚਲੀਆਂ ਅਸ਼ੁੱਧੀਆਂ ਨੂੰ ਬਦਲਣ ਦਾ ਅਧਿਕਾਰ ਕਿਸੇ ਇੱਕ ਵਿਅਕਤੀ ਨੂੰ ਨਹੀਂ ਹੈ। ਲਿਖਾਰੀਆਂ ਜਾਂ ਪ੍ਰੈਸ ਦੀਆਂ ਗਲਤੀਆਂ ਪੰਥਕ ਪੱਧਰ ਤੇ ਹੀ ਸੋਧੀਆਂ ਲਾਭਦਾਇਕ ਹੋ ਸਕਦੀਆਂ ਹਨ, ਪਰ ਇੱਥੇ ਸਵਾਲ ਖੜਾ ਹੁੰਦਾ ਹੈ ਕਿ ਜੇ ਸਾਡੀ ਸ਼੍ਰੋਮਣੀ ਪੰਥਕ ਜਮਾਤ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਪਿਛਲੇ 70 ਸਾਲ ਤੋਂ ਅਜਿਹੇ ਮਹੱਤਵਪੂਰਨ ਮਸਲੇ ਪ੍ਰਤੀ ਰਾਜਨੀਤਿਕ ਆਗੂਆਂ ਦੀ ਪਿੱਛ ਲੱਗ ਬਣ ਕੇ ਟਾਲ ਮਟੋਲਾ ਕਰਦੀ ਆ ਰਹੀ ਹੋਵੇ, ਤਾਂ ਸ਼ਰਧਾਲੂ ਗੁਰਸਿੱਖ ਤੇ ਗੁਰਬਾਣੀ ਦੀ ਸੋਝੀ ਰੱਖਣ ਵਾਲੇ ਵਿਦਵਾਨ ਸੱਜਣ ਹੋਰ ਕਿਹੜਾ ਰਾਹ ਅਖਤਿਆਰ ਕਰਨ। ਸੋ ਪਿਆਰਿਓ, ਜੇ ਸਾਡੀ ਸ਼੍ਰੋਮਣੀ ਪੰਥਕ ਜਮਾਤ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚਲੀਆਂ ਅਸ਼ੁੱਧੀਆਂ ਵਾਲੇ ਮਸਲੇ ਦੀ ਪਰਥਾਏ ਅਪਾਹਜ ਬਣ ਕੇ ਪੇਸ਼ ਆਉਂਦੀ ਰਹੇਗੀ, ਤੇ ਜੇ ਸ਼ਰਧਾਲੂ ਗੁਰਸਿੱਖ ਅਤੇ ਗੁਰਬਾਣੀ ਦੀ ਸੋਝੀ ਰੱਖਣ ਵਾਲੇ ਵਿਦਵਾਨ ਸੱਜਣ ਸਿੱਖ ਬੁੱਕ ਕਲੱਬ ਵਾਲੇ ਰਾਹ ਅਖਤਿਆਰ ਕਰਦੇ ਰਹਿਣਗੇ, ਤੇ ਜੇ ਸਾਡੇ ਜਥੇਦਾਰ ਇਹਨਾਂ ਨੂੰ ਤਨਖਾਹੀਏ ਕਰਾਰ ਕਰਦੇ ਰਹੇ, ਤੇ ਸਾਡੇ ਬੁੱਧੀਜੀਵੀ, ਵਿਦਵਾਨ, ਲਿਖਾਰੀ, ਖੋਜੀ, ਅਕੈਡਮਿਕ ਆਦਿ ਚੁੱਪ ਦੀ ਨੀਂਦ ਸੁੱਤੇ ਰਹੇ, ਤਾਂ ਇਹ ਮਸਲਾ ਹੱਲ ਕਰਨ ਦੀ ਕੀ ਸੰਭਾਵਨਾ ਹੋ ਸਕਦੀ ਹੈ।